ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾਡੋ ਬਿਖਰੇ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁਲੇ। ਸਤਿਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਹਿ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮੋ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀਆਂ ਲਾਹੀ ਬਾਣੀ ਤੁਰਕੀ ਬਾਣੀ ਦੇ ਆਪ ਜੀਆਂ ਨੇ ਨਿਤਨੇਮ ਸਰਵਣ ਕੀਤੇ ਹਨ।
आओ कुछ समा पवित्र गुरबाणी ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ ਮੁਤਾਬਕ ਆਪ ਸਰਬਤ ਸੰਗਤਾਂ ਪਰਮੇਸ਼ਰ ਦੇ ਦਰ ਕਰਦੀਆਂ ਹਾਜ਼ਰੀਆਂ ਭਰੋ। ਜੁਗੋ ਜੁਗ ਟਲ ਖੰਡਾ ਬ੍ਰਹਮੰਡਾਂ ਦੇ ਮਾਲਕ ਹਾਜ਼ਰ ਨਾਜ਼ਰ ਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਚੌਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸਰਵਣ ਕਰਕੇ ਸੇਵਾ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਣ ਦੇ ਯਤਨ ਕਰੀਏ। ਆਓ ਸਾਧ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਜੁੜੀਏ ਵਿਚਾਰ ਦੇ ਨਾਲ। ਆਪ ਜੀ ਸਰਬਤ ਸੰਗਤਾਂ ਵਿਚਾਰ ਸਰਵਣ ਕਰ ਰਹੇ ਹੋ। ਅਰਦਾਸ ਬੇਨਤੀ ਦੇ ਆਪਾਂ ਸ਼ਬਦ ਪੜ ਰਹੇ ਹਾਂ। ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਇਹਨਾਂ ਪਵਿੱਤਰ ਬਚਨਾਂ ਤੇ ਆਪਾਂ ਵਿਚਾਰ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖਾ ਦੇਹੀ ਨੂੰ ਸਮਝਾਉਂਦਿਆਂ ਆਪ ਜੀਆਂ ਨੇ ਸਰਵਣ ਕੀਤਾ ਪਿਛਲੀਆਂ ਵਿਚਾਰਾਂ ਦੇ ਵਿੱਚ ਕਿ ਐ ਮਨੁੱਖਾ ਦੇਹੀ ਗੁਰੂ ਦੇ ਸਮਰਪਿਤ ਹੋ। ਅਤੇ ਪਰਮੇਸ਼ਰ ਨੂੰ ਧਿਆਉਣਾ ਕਰ। ਤਾਂ ਤੇ ਉਸ ਦੀ ਮਰਜ਼ਾਦਾ ਦੇ ਵਿੱਚ ਰਹਿ ਕੇ ਉਸ ਦੇ ਨਿਯਮ ਦੇ ਵਿੱਚ ਰਹਿ ਕੇ ਇਸ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ ਚੰਗੇ ਕਰਮ ਕਰਕੇ ਪਰਮੇਸ਼ਰ ਦੇ ਦਰ ਤੋਂ ਵਡਿਆਈ ਪ੍ਰਾਪਤ ਕਰ। ਆਪ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਸਰਵਣ ਕਰ ਰਹੇ ਸੋ। ਪਿਛਲੀ ਵਿਚਾਰ ਦੇ ਵਿੱਚ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਹਾਰੋ। ਆਓ ਇਹਨਾਂ ਪਵਿੱਤਰ ਵਚਨਾਂ ਦੀ ਵਿਚਾਰ ਦੇ ਨਾਲ ਜੁੜੀਏ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਕਿਸ ਤਰ੍ਹਾਂ ਮਨੁੱਖਾ ਦੇਹੀ ਨੂੰ ਸਮਝਾਉਣਾ ਕਰਦੇ ਨੇ। ਦਾਤਾ ਜੀ ਤੁਸੀਂ ਇਹ ਨਹੀਂ ਕਿਹਾ ਕਿ ਇਹ ਭੋਜਨ ਸਿਰਫ ਇਸ ਫਿਰਕੇ ਦੇ ਲੋਕ ਛਕਣ। ਰੋਜ਼ਾਨਾ ਪਰਮੇਸ਼ਰ ਸਭ ਨੂੰ ਸੰਭਾਲਦਾ ਪਿਆ, ਦਾਤਾਂ ਦਿੰਦਾ ਪਿਆ, ਛਕਣ ਲਈ ਭੋਜਨ ਦਿੰਦਾ ਹੈ। ਕੋਈ ਵੀ ਇਸ ਭੋਜਨ ਨੂੰ ਛਕੇਗਾ ਤੇ ਪ੍ਰਸ਼ਾਦਾ ਛਕਦਿਆਂ ਕਦੀ ਅੰਨ ਨਹੀਂ ਕਹੇਗਾ ਕਿ ਮੈਂ ਇਸ ਦੀ ਭੁੱਖ ਨਹੀਂ ਦੂਰ ਕਰਨੀ। ਕਦੀ ਪਾਣੀ ਨਹੀਂ ਕਹੇਗਾ ਕਿ ਮੈਂ ਇਹਨਾਂ ਲੋਕਾਂ ਦੀ ਪਿਆਸ ਨਹੀਂ ਬੁਝਾਉਣੀ। ਅੰਨ ਪਾਣੀ ਸਰਬ ਵਿਆਪਕ ਸਚਾਈ ਹੈ।
ਜੋ ਖਾਵੇਗਾ ਉਸਦੀ ਭੁੱਖ ਜਾਵੇਗੀ। ਆਪਾਂ ਨੂੰ ਪਤਾ ਹੈ ਪ੍ਰਸ਼ਾਦਾ ਛਕਿਆ ਤਨ ਦੀ ਭੁੱਖ ਮਿਟਦੀ ਹੈ, ਜੋ ਪੀਵੇਗਾ ਉਸਦੀ ਪਿਆਸ ਬੁਝੇਗੀ। ਤੇ ਸਾਧ ਸੰਗਤ ਜੀ, ਜਿਹੜਾ ਵੀ ਬਾਣੀ ਦਾ ਭੋਜਨ ਛਕੇਗਾ, ਬਾਣੀ ਦਾ ਭੋਜਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਆਏ ਸੱਜਣਾ, ਮੈਂ ਤੈਨੂੰ ਯਕੀਨ ਦੇ ਨਾਲ ਕਹਿੰਦਾ ਕਿ ਤੇਰਾ ਉਧਾਰ ਜ਼ਰੂਰ ਹੋਵੇਗਾ। ਪਾਵਨ ਪਵਿੱਤਰ ਗੁਰਬਾਣੀ ਦੇ ਆਪਾਂ ਸ਼ਬਦ ਸਰਵਣ ਕਰਦੇ ਆ। ਜੇ ਕੋ ਖਾਵੇ ਜੇ ਕੋ ਪਹੁੰਚੈ, ਖਾ ਲਈ ਤੇ ਪਰਤ ਕੇ ਅਰਦਾਸ ਕਰੀ ਮਨੁੱਖਾਂ ਦੇ ਹੀ ਕਿ ਦਾਤਾ ਜੀ ਮੈਨੂੰ ਬਚਾਉਣ ਦੀ ਜਾਂਚ ਵੀ ਆ ਜਾਵੇ। ਗੁਰੂ ਸਾਹਿਬਾਂ ਦੇ ਪਾਵਨ ਪਵਿੱਤਰ ਵਚਨ ਆਪਾਂ ਪੜ੍ਹਦੇ ਹਾਂ। ਜੇ ਕੋ ਖਾਵੇ ਜੇ ਕੋ ਪਹੁੰਚਾ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖੋ ਧਾਰੋ। ਫਿਰ ਹੋਵੇਗਾ ਪਤਾ ਕਿ ਸੰਸਾਰ ਹੈ ਜਿਹੜਾ ਸਾਧ ਸੰਗਤ ਜੀ, ਸੰਸਾਰ ਹਨੇਰਾ ਹੈ ਤੇ ਹਨੇਰੇ ਵਿੱਚ ਕਿਸੇ ਚਾਨਣ ਵਾਲੇ ਦਾ ਲੜ ਫੜ ਲਵੀ। ਗੁਰੂ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ 1429 ਅੰਗ ਤੇ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਦੇ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖਾ, ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਵਿੱਚ ਰੱਬ ਰੂਪ ਹੋ ਕੇ ਬੋਲਦਾ ਹੈ। ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਮੇਰਾ ਗੁਰੂ ਰੂਪ ਹੋ ਕੇ ਬੋਲਦਾ ਹੈ। ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਵਿੱਚ ਜਗਿਆਸੂ ਰੂਪ ਹੋ ਕੇ ਬੋਲਦਾ ਹੈ। ਕਿਤੇ ਮਨ ਪਾਪੀ ਹੋਵੇ ਤਾਂ ਕਹਿੰਦੇ ਚੇਤੇ ਰੱਖੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਪੀਆਂ ਦੀ ਅਗਵਾਈ ਵੀ ਕਰ ਜਾਂਦਾ ਹੈ। ਰੱਬ ਹੋ ਕੇ ਕਿੱਥੇ ਬੋਲਦਾ ਹੈ? ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਉਹਨਾਂ ਦਾ ਇੱਕ ਸ਼ਲੋਕ ਆਉਂਦਾ ਹੈ, ਉਸ ਦੇ ਵਿੱਚ ਨਾ ਤਾਂ ਉਹ ਬੋਲਦੇ ਪਏ ਨੇ, ਨਾ ਗੁਰੂ ਵੱਲੋਂ ਬੋਲਦੇ ਪਏ ਨੇ, ਨਾ ਉਹ ਜਗਿਆਸੂ ਵੱਲੋਂ ਬੋਲਦੇ ਪਏ ਨੇ। ਉਸ ਸ਼ਲੋਕ ਨੂੰ ਪੜ੍ਹ ਕੇ ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਕਈ ਵਾਰੀ ਸੋਚਦਾ ਕਿ ਭਗਤ ਆਪਣੇ ਰੱਬ ਨਾਲ ਗੱਲਾਂ ਕਰਦਾ, ਰੱਬ ਨਾਲ ਭਗਤ ਕੀ ਕਹਿੰਦਾ? ਭਗਤ ਆਪ ਸਵਾਰੇ ਮੈਂ ਮਿਲੇ, ਰੱਬ ਬੋਲ ਕੇ ਕਹਿੰਦਾ, ਰੱਬ ਬੋਲ ਕੇ ਫਰੀਦ ਆਪਣੇ ਆਪ ਨੂੰ ਸਵਾਰ ਲੈ। ਭਗਤ ਨੂੰ ਕਹਿੰਦਾ ਰੱਬ ਕੇ ਫਰੀਦ ਆਪਣੇ ਆਪ ਨੂੰ ਸਵਾਰ ਲੈ ਤੇ ਮੈਂ ਤੈਨੂੰ ਮਿਲ ਜਾਵਾਂਗਾ। ਜਿਸ ਦਿਨ ਮੈਂ ਮਿਲ ਗਿਆ ਉਸ ਦਿਨ ਦੁਨੀਆ ਦੀ ਮੁਥਾਜੀ ਮੁੱਕ ਜਾਵੇਗੀ, ਸਾਰੀ ਦੁਨੀਆ ਤੇਰੀ ਹੋ ਜਾਵੇਗੀ। ਰੱਬ ਕਹਿੰਦਾ ਬਾਬਾ ਫਰੀਦ ਸਾਹਿਬ ਜੀ ਨੂੰ, ਫਰੀਦ ਸਾਹਿਬ ਜੀ ਬਚਨ ਕਰਦੇ ਨੇ, ਆਪ ਸਵਾਰੇ ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਹਿੰਦੇ ਇੱਕ ਵਾਰੀ ਹੋ ਕੇ ਤਾਂ ਵੇਖ,
ਅੰਦਰੋਂ ਜੁੜ ਕੇ ਤਾਂ ਵੇਖ, ਬਾਬਾ ਨਾਮਦੇਵ ਜੀ ਉਹਨਾਂ ਨੇ ਵੀ ਸ਼ਬਦ ਕਿਹਾ, ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਪਿੰਦੀ ਸ਼ਬਦ ਪਾਵਨ ਪਵਿੱਤਰ ਗੁਰਬਾਣੀ ਦਾ ਆਪ ਜੀਆਂ ਨੇ ਸਰਵਣ ਕੀਤਾ ਹੈ। ਪਿੰਦੀ ਸ਼ਬਦ ਦਾ ਅਰਥ ਹੈ ਖੂਹ ਦੀਆਂ ਟਿੰਡਾਂ। ਇਹ ਬਾਬਾ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਸਾਡੀ ਜ਼ਿੰਦਗੀ ਹੈ ਮਨੁੱਖਾ ਦੀ ਹੀ। ਖੂਹ ਵਿੱਚ ਜਾਂਦੀਆਂ ਹਨ ਟਿੰਡਾਂ, ਭਰੀਆਂ ਆਉਂਦੀਆਂ ਹਨ, ਬਾਹਰ ਆ ਕੇ ਖਾਲੀ ਹੁੰਦੀਆਂ ਨੇ, ਅਗਾਂਹ ਫਿਰ ਭਰਨ ਤੁਰ ਪੈਂਦੀਆਂ ਨੇ। ਜਨਮ ਹੁੰਦਾ ਹੈ ਸਾਧ ਸੰਗਤ ਜੀ, ਜਨਮ ਕਰਮਾਂ ਦੀਆਂ ਪੰਡਾਂ ਲੈ ਕੇ ਆਉਂਦੀ ਆ ਮਨੁੱਖਾ ਦੇ ਹੀ। ਭੋਗ ਕੇ ਇੱਥੋਂ ਜਾਂਦੇ ਹਾਂ, ਅਗਲਾ ਤਾਣਾ ਫਿਰ ਤਣਿਆ ਆਉਂਦਾ ਹੈ, ਫਿਰ ਭਰ ਕੇ ਬਾਹਰ ਆ ਜਾਂਦੇ ਆ। ਸਾਰੀ ਜ਼ਿੰਦਗੀ ਦੇਖੋ ਭਰਦੀ ਰਹਿੰਦੀ ਹੈ, ਖਾਲੀ ਹੁੰਦੀ ਰਹਿੰਦੀ ਹੈ, ਭਰਦੀ ਰਹਿੰਦੀ ਹੈ। ਖੂਹ ਦੀ ਟਿੰਡ ਡੁੱਬ ਕੇ ਕਦੀ ਵੀ ਮਾਲ ਕਦੇ ਘਰ ਨਹੀਂ ਜਾਂਦੀ। ਪਰ ਕਹਿੰਦੇ ਨੇ ਬਾਬਾ ਨਾਮਦੇਵ ਜੀ ਕਿ ਤੁਸੀਂ ਮਿਹਰ ਕੀਤੀ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਇੱਕ ਵਾਰੀ ਡੁਬਕੀ ਮਾਰੀ, ਕਰਨੀ ਵਾਲਾ ਮਿਲ ਗਿਆ ਕਰਨੀ ਵਾਲਾ, ਤੇ ਉਸਨੇ ਤੇਰੇ ਬੂਹੇ ਅੱਗੇ ਜਾ ਕੇ ਸੁੱਟਿਆ। ਜਦੋਂ ਦੁਆਰੇ ਉੱਪਰ ਬੈਠੇ, ਫਿਰ ਰੱਬ ਨੇ ਪੁੱਛਿਆ, ਰੱਬ ਨੇ ਜਦੋਂ ਡਿੱਗਿਆ ਦੁਆਰੇ ਤੇ, ਫਿਰ ਰੱਬ ਨੇ ਪੁੱਛਿਆ ਤੂੰ ਕੌਣ ਰੇ? ਕਹਿੰਦੇ ਬਈ ਕੌਣ ਹੈ? ਤੇ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਜੀ ਨਾਮਾ। ਰੱਬ ਜੀ ਕਹਿਣ ਲੱਗੇ ਹੋ ਜੀ। ਫਿਰ ਕਹਿਣ ਲੱਗੇ ਆਲਾ ਤੇ ਨਵਾਰਨਾ। ਆਲਾ ਦਾ ਅਰਥ ਹੈ ਸੰਸਾਰ, ਸੰਸਾਰ ਦੇ ਦੁੱਖਾਂ ਤੋਂ ਬਚਾਉਣ ਵਾਲਾ। ਜਮ ਕਾਰਨਾ, ਦੂਤਾਂ ਤੋਂ ਬਚਾਉਣ ਵਾਲਾ ਭਗਵਾਨ। ਤੀਜਾ ਪ੍ਰਮਾਣ ਦਿੱਤਾ ਹੈ। ਭਗਤ ਨਾਮ ਜੀ ਕਹਿਣ ਲੱਗੇ ਰੱਬ ਜੀ ਅੱਜ ਮੈਂ ਤੇਰੇ ਨਾਲ ਸ਼ਰਤ ਲਾਉਣ ਲਈ ਆਇਆ। ਰੱਬ ਨੂੰ ਭਗਤ ਜੀ ਕਹਿਣ ਲੱਗੇ, ਕਹਿੰਦੇ ਰੱਬ ਜੀ ਭਗਵਾਨ ਜੀ ਮੈਂ ਅੱਜ ਆਪ ਜੀ ਨਾਲ ਸ਼ਰਤ ਲਾਉਣ ਲਈ ਆਇਆ। ਅਸੀਂ ਸ਼ਰਤ ਲਾਉਂਦੇ ਹਾਂ ਕਿ ਸਾਧ ਸੰਗਤ ਜੀ ਆਪਾਂ ਇੰਨਾ ਪਾਠ ਕਰ ਲਿਆ, ਇੰਨੀ ਸੇਵਾ ਕਰ ਲਈ, ਕਹਿੰਦੇ ਨਾ ਤਾਂ ਕਿ ਤੁਸੀਂ ਇਹ ਕਹੋਗੇ ਕਿ ਨਹੀਂ। ਮੱਥਾ ਟੇਕਣਾ ਕਦੀ ਸ਼ਰਤ ਲਾਉਣੀ ਨਹੀਂ ਹੁੰਦੀ। ਇੱਕ ਸ਼ਰਤ ਹੁੰਦੀ ਹੈ ਕਿ ਤੂੰ ਰੱਖੇ ਜਾਂ ਮਾਰੇ ਜਾਂ ਡੋਬੇ, ਮੈਂ ਮੱਥਾ ਟੇਕ ਦਿੱਤਾ। ਪਿਛਲੀ ਵਿਚਾਰ ਦੇ ਵੀ ਆਪਾਂ ਵਿੱਚ ਸਰਵਣ ਕੀਤਾ ਹੈ ਕਿ ਉਸ ਨੂੰ ਸਮਰਪਿਤ ਹੋ ਜਾ। ਜਿਹੜੇ ਸਮਰਪਿਤ ਹੋ ਗਏ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੰਦ ਬੰਦ ਕੱਟੇ ਗਏ, ਖੋਪਰੀਆਂ ਲੋਹਾਈਆਂ ਗਈਆਂ, ਚਰਖੜੀਆਂ ਤੇ ਚਾੜੇ ਗਏ, ਆਰਿਆਂ ਨਾਲ ਚੀਰੇ ਗਏ। ਗੁਰੂ ਪਿਆਰੀ ਸਾਧ ਸੰਗਤ ਜੀ ਇੰਨਾ ਸਮਰਪਿਤ ਹੋ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਨਾਮਦੇਵ ਜੀ ਰੱਬ ਨਾਲ ਗੱਲ ਕਰ ਰਹੇ ਨੇ ਕਿ ਮੈਂ ਅੱਜ ਤੋਂ ਬਾਅਦ ਤੇਰੇ ਦੁਆਰੇ ਆ ਕੇ ਡਿੱਗ ਪਿਆ। ਉਹਨਾਂ ਇੱਕ ਸ਼ਰਤ ਲਾਈ, ਕਹਿਣ ਲੱਗੇ ਰੱਬ ਜੀ ਮੈਂ ਇਸ ਭੁਲੇਖੇ ਦੇ ਵਿੱਚ ਤੁਰਿਆ ਫਿਰਦਾ। ਨਾਮਦੇਵ ਜੀ ਕਹਿਣ ਲੱਗੇ,
कि जिस नूं पुछदा वो कहता है रब बड़ा वड्डा है, जिन्हों पुछदा उही कहता कि रब बड़ा वड्डा है। कहता मैनू एक गल समझा, रब जी एक मैनू गल समझा। नामदेव जी कहते कि तू वड्डा है जां तेरा दास वड्डा है। कहते तू वड्डा है जां तेरा दास वड्डा है। ते फिर रब जी कह लगे बदहो की ना होड़ माधो मोस्यो ठाकर ते जाना। सेवक इस करके मानदा हां जे मालक होवे ते कला मालक तू भी अपनी मैं विच ना बैठा रही कि मैं मालक हाँ। तेरी लोग तां गल करदे हन ते जे भगती करन वाला कोई होवे ते कहदे ठाकर ते जन जन ते ठाकर खेल पयो है तास्यो। अगला जिहड़ा शब्द है कहदे हाँ अगले शब्द दे विच भगवान बोलिया, रब बोलिया, परमेश्वर बोलिया। कहन लगे नामदेव जी तू हकीकत कहना 1252 किते रब नाल धन गुरु ग्रंथ साहिब महाराज जी के शब्द आउंदे आ 1252 अंग ते रब नाल भगत नामदेव जी गल कर रहे हैं। कहते दास अननन मेरो निज रूप दर्शन निम्ख ताप त्रय मोचन परसन मुक्त करत ग्रह कूप। मेरी बाधी पुछना कीता सी ना नामदेव ने कि तेरा नाम वड्डा है कि तेरा दास, दसो रब जी। ते रब जी कहते ने मेरी बाधी भगत छड़ावा बांधा भगत ना छूटा मोहे। एक समय मोह को गह बाधा है तौफन मोह पै जवाब ना होई। भगवान कहता है मेरा गुरु रब होके बोलता है। वैसे बाणी ने गुरु ते परमात्मा दे विच कोई साध संगत जी अंतर नहीं मन्निया। गुरु रूप होके बोल के कहता है अंतर कपट चिकावो मेरे गुर सिखाओ। जदों मेरे गुर सिखो आउदा है पावन पवित्र गुरबाणी दा शब्द गुर सिखो शब्द आउंदा है। इसका मतलब गुरु साहब कह रहे ने अपने सिखां नूं नेह कपट कमाओ हर की हर घाल निहाल निहाल निहाल। कहन लगे मेरे सिखा तू निकपट होके नाम की कमाई करी। संसार की यात्रा करदिया मैं तैनू कहना भगत जी कहते कि रब तैनू निहाल करेगा। जदों असीं बाणी पढ़ते हाँ तो हजूर शब्द वरतते ने 305 अंग ते धन गुरु ग्रंथ साहिब महाराज जी के वचन आउंदा है गुर सतगुर का जो सिख अखाए सो भर के उठ हर नाम ध्यावै। एक गुरु रूप होके बोलते पे ने। फिर मेरा गुरु सिख रूप होके बोलता है जिसनों जिग्यासू कह लईए सिख तुरिया आउंदा है। पहला रब रूप होके बाणी बोलती है
ਤੇ ਗੁਰੂ ਰੂਪ ਹੋ ਕੇ ਉਪਦੇਸ਼ ਦਿੰਦੀ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ। ਭਗਤ ਨਾਮਦੇਵ ਜੀ ਵੀ ਕਹਿ ਰਹੇ ਨੇ, ਸਤਿਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਨੇ, ਜਿਹਨੇ ਭਗਤ ਜਨ ਗੁਰੂ ਸਾਹਿਬਾਨ ਮਨੁੱਖਾ ਦੇਹੀ ਨੂੰ ਉਪਦੇਸ਼ ਦੇ ਕੇ ਸਮਝਾਉਂਦੇ ਨੇ। ਜੋ ਦੀਸਾ ਗੁਰ ਸਿੱਖਣਾ ਤਿਸ ਨਿਮ ਨਿਮ ਲਾਗੋ ਪਾਏ ਜੀਓ, ਆਖਾਂ ਬਿਰਥਾਂ ਜੀ ਕੀ ਗੁਰ ਸੱਜਣ ਦੇਹ ਮਲਾਏ ਜੀਓ। ਜਦੋਂ ਗੁਰੂ ਜਗਿਆਸੂ ਬਣਦਾ ਸਾਧ ਸੰਗਤ ਜੀ, ਫਿਰ ਕਹਿੰਦੇ ਨੇ ਕਿ ਇਸ ਤਰ੍ਹਾਂ ਕਿਹਾ ਕਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕੋਈ ਭਾਈ, ਸੋ ਮੇਰਾ ਵੀਰ। ਅਗੇ ਵਚਨ ਕੀਤਾ ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਐ। ਮੈਂ ਲੱਖ ਮਿਣਤੇ ਸਹਿਬਾ ਜਿਹ ਬਿੰਦ ਬੁਲਾਈਐ, ਮੈਂ ਚਾਰੇ ਕੁੰਟਾ ਭਾਲੀਆਂ ਤੁਧ ਜੇਵੜ ਨਾ ਸਾਈਆਂ। ਮੈਂ ਦਸੋ ਹੋ ਮਾਰਗ ਸੰਤ ਹੋ, ਕਿਉਂ ਪ੍ਰਭੂ ਮਿਲਾਈਆਂ। ਗੁਰੂ ਰੂਪ ਪਰਮਾਤਮਾ ਰੂਪ। ਹੁਣ ਸਮਝਾਉਣਾ ਕੀਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਪੁੱਛਣਾ ਕਰੀਏ ਕਿ ਅਸੀਂ ਪਾਠ ਕਿਵੇਂ ਕਰੀਏ। ਰੱਬ ਰੂਪ ਹੋ ਕੇ ਸਾਈਂ ਤੋਂ ਬੋਲਦਾ ਹੈ। ਗੁਰੂ ਤਾਂ ਰੱਬ ਦਾ ਰੂਪ ਹੈ ਤੋਂ ਬੋਲਦਾ ਹੈ। ਜਗਿਆਸੂ ਦਾ ਅਰਥ ਹੁੰਦਾ ਹੈ ਜਿਸ ਅੰਦਰ ਜਾਗਣ ਦੀ ਇੱਛਾ, ਅੰਦਰੋਂ ਜਾਗਣ ਦੀ ਇੱਛਾ ਪੈਦਾ ਹੋ ਜਾਏ। ਕਰੋੜਾਂ ਜਨਮਾਂ ਦਾ ਅੰਦਰ ਸੁੱਤਾ ਪਿਆ, ਕਹਿਣ ਲੱਗੇ ਮੇਰੇ ਦਾਤਾ ਜੀ ਚੌਥਾ ਕਿਹੜਾ ਤਰੀਕਾ ਬਾਣੀ ਉਚਾਰਨ ਦਾ, ਸਮਝਾਉਣਾ ਕਰੋ। ਕਹਿੰਦੇ ਨੇ ਇੱਥੇ ਮਤ ਸਮਝੀ ਕਿ ਇਕੱਲੇ ਭਗਤਾਂ ਨੂੰ ਹੀ ਥਾਂ ਹੈ। ਇੱਥੇ ਤੂੰ ਮਤ ਸਮਝੀ ਕਿ ਤੇਰੇ ਵਿਰੋਧ ਹੋਇਆਂ ਨੂੰ ਹੀ ਥਾਂ ਹੈ। ਕਹਿੰਦੇ ਨੇ ਕਿ ਉਹਨਾਂ ਲਈ ਤਾਂ ਥਾਂ ਹੈ ਹੀ, ਪਰ ਇੱਥੇ ਜਿਹੜਾ ਵਕਾਰਾਂ ਵਿੱਚ ਅੱਤ ਦਾ ਡਿੱਗਿਆ ਹੋਇਆ ਬੰਦਾ ਹੈ, ਵਿਕਾਰਾਂ ਦੇ ਵਿੱਚ ਡਿੱਗਿਆ ਅੱਤ ਦਾ ਬੰਦਾ, ਅੱਤ ਦੇ ਵਿਕਾਰ ਨਿਖਿਆ ਦਾ ਬੰਦਾ, ਉਹ ਵੀ ਕਿਤੇ ਇਸ ਘਰ ਦੇ ਵਿੱਚ ਆ ਜਾਏ ਤਾਂ ਮੈਂ ਉਸ ਲਈ ਵੀ ਸ਼ਬਦ ਉਚਾਰਨ ਕਰ ਚੱਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਪਾਠ ਕਰਾਂਗੇ ਤਾਂ ਇਹ ਗੱਲ ਸਮਝ ਪਵੇਗੀ ਸਾਧ ਸੰਗਤ ਜੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ। ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ ਹਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਹਨ। ਕਹਿੰਦੇ ਹਨ ਜੇ ਤੇਰੀ ਮਨੁੱਖਾ ਦੇਹੀ, ਜੇ ਤੇਰੀ ਜ਼ਿੰਦਗੀ ਕੰਚਨ ਤੇ ਕਾਂਚਨੀ ਵਿੱਚ ਖਤਮ ਹੋ ਗਈ, ਇਸਤਰੀ ਸੋਨੇ ਦੇ ਵਿੱਚ ਗੁਲਤਾਨ ਹੋ ਗਿਆ, ਜੇ ਤੂੰ ਰੱਬ ਦਾ ਕਦੀ ਸ਼ੁਕਰ ਨਹੀਂ ਕੀਤਾ ਮਨੁੱਖਾ ਦੇਹੀ। ਪਰ ਸਾਧ ਸੰਗਤ ਜੀ ਜਦੋਂ ਬਾਣੀ ਪੜਾਂਗੇ ਨਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਤੇ ਸ਼ਬਦ ਆਵੇਗਾ ਤਾਂ ਬਾਣੀ ਪੜਦਿਆਂ ਕਹੀਂ ਕਿ ਦਾਤਾ ਜੀ ਕੰਚਨ ਨਾਰੀ ਮਹਿ ਜੀਓ ਲਬਤ ਹੈ, ਮਹਿ ਮੀਠਾ ਮਾਇਆ। ਉਦੋਂ ਖਲੋ ਕੇ ਫਿਰ ਕਹਿੰਦੇ ਅਰਦਾਸ ਕਰੀ, ਐ ਮਨੁੱਖਾ ਦੇਹੀ ਅਰਦਾਸ ਕਰੀ ਕਿ ਦਾਤਾ ਜੀ ਜੋ ਤੂੰ ਕਹਿਣਾ ਮੇਰੀ ਜ਼ਿੰਦਗੀ ਇਹੋ ਜਿਹੀ ਨਹੀਂ ਬਣ ਪਾਈ। 167 ਅੰਗ ਤੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ।
ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਹਰ ਪ੍ਰਭ ਚੇਤਨਾ ਆਵਈ ਕਿਉ ਛੂਟੈ, ਮੇਰੇ ਹਰ ਰਾਇਆ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼, ਅਵਗਣ ਸਭ ਮੇਰੇ, किस रूप नहीं किस जात नहीं किस ढंग न मेरा, क्या मोह लै बोले है गुण बेहूण नाम जपया ना तेरा, हम पापी संग गुर उभरे पुन सतगुर केरा, सब जियो पिंड मुख नक दिया, वर्तन को पानी अन्न खाना कपड़ पहनन दिया, रस अन्न लुभाणी जिन दिए सो चेतन आवई, पशु हाँ कर जाने, इन्ना कुछ दे दिता। सब जियो पिंड, आ शरीर पिंड, मुख नक दिया, मुख दिया नक दिया, बर्तन को पानी, इनू चलाउण वास्ते सब कुछ दे दिता। अन्न पानी प्रसादा पानी अनेक प्रकार के पदार्थ, गुरु ग्रंथ साहब महाराज जी की बाणी प्रभु रूप होके साध संगत जी बोलती है, समझना करके कहते गुरु रूप होके गुर सिखां नूं उपदेश दिंदी पई है पावन पवित्र गुरबाणी। जग्यासू होके गुरु के चरणों दे विच बेनती करते हाँ, कहते जे जिंदगी तो कोई थिड़क जाए तो गुरु दे सिखो बाणी उन्हां थिड़किया होयां दी भी अगवाई करती है। गुरुद्वारे जाके किते भी असी बैठ के पाठ करना है, गुरु के दरबार आके साहिब कृपालू जी की बाणी दे विच एक वचन आउंदे ने, हर दात दाते ने बाणी दे विच रखी है, पढ़ के अर्थ करके देखिए। साडा सुभाव है कि बाणी पढ़दे अभ्यास बनता है साध संगत जी, पर 4 दिन बाद फिर नेम टुट जाता है कि हुण तां कई दिन हो गए गुरुद्वारे जाया ही नहीं गया। नेम टुट जाता ना, जे नित नेम करते हैं, जे किते नेम टुट जे फिर कई दिन लंघ जाते हैं, फिर बनता है फिर टुट जाता है। गुरु नानक साहब महाराज जी की जोत ने इतिहास विच बाणी विच ते भाई साहब की रचना दे विच उच्चारण कर दिता है। वो कहते ने मनुखा देही नूं समझाउंदियां कि एक गल ध्यान दे विच रखी कि अपनी जिंदगी दे नेम नूं टुटण ना दे। आने साध संगत जी आपां रोजाना सतगुरां दे नतमस्तक हुंदे हां, गुरु दरबार दीयां हाज़रियां भरदे हां, गुरु दे बचन पवित्र गुरबाणी सरवण करदे हां। कहंदे जे बाणी पढ़न लई तू शुरू हो जाए ते कहंदे हन कि दीवा बलदा दीवा ते पतंगा अज आया, वो कितना समा उथे मंडरा के चक्कर लगा के चलिया गया। दीवा कल नूं भी बलेगा ते पतंगे ने बिल्कुल नेम नहीं टुटण देना, वो कल नूं फिर आवेगा। दूजे दिन फिर दीवा बलिया पतंगा आया ते परत के दीवे की परिक्रमा कीती ते फिर चलिया गया। भाई साहब जी कहते हैं कि रोज पतंगा आउंदा रहे, किन्ने को दिन बच के जावेगा। एक दिन दीवे विच इहो जिहा डिगेगा कि
ਉਸ ਦੇ ਵਰਗਾ ਲਾਲ ਹੀ ਹੋ ਜਾਵੇਗਾ। ਇਸ ਦਾ ਮਤਲਬ ਬੇਵਫਾਈ ਨਹੀਂ ਲੈਣਾ। ਕਹਿੰਦੇ ਰੋਜ਼ ਆਉਂਦਾ ਸੀ ਪਤੰਗਾ ਤੇ ਜਦੋਂ ਆਇਆ ਦੀਵੇ ਨੇ ਸਾੜਿਆ ਤੇ ਇਸ ਤਰ੍ਹਾਂ ਆਪ ਲਾਲ ਸੀ, ਜਿਸ ਤਰ੍ਹਾਂ ਆਪ ਲਾਲ ਸੀ ਦੀਵਾ ਪਤੰਗੇ ਨੂੰ ਵੀ ਲਾਲ ਕਰ ਦਿੱਤਾ। ਤੇ ਉਦਾਹਰਣ ਦੇ ਕੇ ਮਨੁੱਖਾ ਦੇਹੀ ਨੂੰ ਸਮਝਾਉਣਾ ਕੀਤਾ, ਸਿੱਖਾ ਤੂੰ ਰੋਜ਼ ਗੁਰਦੁਆਰੇ ਆ ਕੇ ਬਾਣੀ ਪੜ੍ਹਦਾ ਆਵੇਂਗਾ, ਅੱਜ ਮਨ ਨਹੀਂ ਲੱਗਿਆ, ਕੱਲ ਨਹੀਂ ਲੱਗਿਆ, ਪਰ ਯਕੀਨ ਕਰੀ ਤੂੰ ਰੋਜ਼ ਪਾਠ ਕਰਦਾ ਨਹੀਂ, ਇੱਕ ਦਿਨ ਮੇਰੇ ਗੁਰੂ ਦੇ ਸ਼ਬਦ ਦਾ ਰੂਪ ਹੀ ਹੋ ਜਾਵੇਗਾ, ਨੇਮ ਬਣਾ ਕੇ ਆ। ਦੂਸਰਾ ਪ੍ਰਮਾਣ ਦਿੱਤਾ ਸਤਿਗੁਰਾਂ ਨੇ ਮਨੁੱਖਾ ਦੇਹੀ ਨੂੰ ਸਮਝਾਉਂਦਿਆਂ, ਕਹਿਣ ਲੱਗੇ ਪੰਛੀ ਉੱਡਦਾ ਹੈ ਆਲਣੇ ਦੇ ਵਿੱਚੋਂ, ਕਿੰਨੀ ਦੂਰ ਜਾ ਕੇ ਤੇ ਚੋਗਾ ਚੁੱਕ ਕੇ ਆਇਆ ਹੈ, ਚੋਗਾ ਚੁੱਕ ਕੇ ਆ ਗਿਆ, ਆ ਕੇ ਬੱਚਿਆਂ ਦੇ ਮੂੰਹ ਵਿੱਚ ਦਾਣਾ ਪਾਇਆ, ਦੂਜੇ ਦਿਨ ਫਿਰ ਉੱਡ ਗਿਆ, ਫਿਰ ਦਾਣੇ ਚੁੱਕ ਕੇ ਫਿਰ ਵਾਪਸ ਆ ਗਿਆ, ਤੀਜੇ ਦਿਨ ਫਿਰ ਗਿਆ, ਫਿਰ ਆਇਆ। ਇੱਕ ਦਿਨ ਕੀ ਹੋਇਆ ਸਾਧ ਸੰਗਤ ਜੀ, ਕਿ ਉੱਡਿਆ ਦਾਣੇ ਚੁਗਣ ਗਿਆ ਪੰਛੀ, ਅਗਲੇ ਦਿਨ ਇਹੋ ਜਿਹਾ ਜਾਲ ਪਸਾਰਿਆ, ਪਰਤ ਕੇ ਵਾਪਸ ਆਣ ਜੋਗਾ ਰਿਹਾ ਹੀ। ਪੰਛੀ ਰੋਜ਼ ਦਾਣਾ ਚੁਗਦਾ ਰਹੇ, ਜਾਲ ਵਿੱਚ ਫਸ ਜਾਏ, ਪਰਤ ਕੇ ਘਰ ਨਹੀਂ ਆਉਂਦਾ। ਤੇ ਕਹਿੰਦੇ ਤੂੰ ਰੋਜ਼ ਗੁਰੂ ਦੀ ਬਾਣੀ ਪੜ੍ਹੀ ਮਨੁੱਖਾ ਦੇਹੀ, ਜਿਹੜਾ ਮਨ ਆ ਪਿੰਜਰੇ ਦੇ ਵਿੱਚ ਜਿਹੜਾ ਪੰਛੀ ਹੈ, ਮਨ ਪੰਛੀ ਜਿਹੜਾ ਮਨ ਰੋਜ਼ ਘਰ ਵਿੱਚ ਭਟਕਦਾ ਹੈ, ਇੱਕ ਦਿਨ ਇਹੋ ਜਿਹਾ ਮਨ ਖਿੱਚੇਗਾ ਕਿ ਪਰਤ ਕੇ ਘਰ ਜੋਗਾ ਨਹੀਂ ਰਹੇਗਾ, ਸਦਾ ਨਹੀਂ ਬਾਬੇ ਦੇ ਸ਼ਬਦ ਦੇ ਵਿੱਚ ਵੱਜ ਜਾਵੇਗਾ। ਪਰ ਨੇਮ ਨਾ ਟੁੱਟਣ ਦੇਈ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਪਤੰਗੇ ਦੀ ਤਰ੍ਹਾਂ ਰੋਜ਼ ਨੇਮ ਬਣਾਈ ਬਾਣੀ ਪੜ੍ਹਨ ਦਾ, ਗੁਰੂ ਦੇ ਦਰ ਤੇ ਨਮਸਕਾਰ ਕਰਨ ਦਾ, ਇਹ ਸਾਡਾ ਫਰਜ਼ ਹੈ। ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਅੰਮ੍ਰਿਤ ਵੇਲੇ, ਜਿਹੜਾ ਸਾਨੂੰ ਰੋਜ਼ਾਨਾ ਸੰਭਾਲਦਾ, ਦਾਤਾਂ ਦਿੰਦਾ ਹੈ। ਕਹਿੰਦੇ ਫਿਰ ਜੇ ਇਵੇਂ ਨੇਮ ਨਿਭਾਏਗਾ ਤੇ ਇੱਕ ਦਿਨ ਟਿਕ ਜਾਏਗਾ। ਕਹਿਣ ਲੱਗੇ ਸੱਜਣਾ, ਪੰਛੀ ਦੀ ਤਰ੍ਹਾਂ ਰੋਜ਼ ਚੋਗਾ ਚੁਗਣ ਦੀ ਜਾਂਚ ਸਿੱਖ ਲੈ, ਇੱਕ ਦਿਨ ਇਸ ਸ਼ਬਦ ਜਾਲ ਦੇ ਵਿੱਚ ਆਵੇਂਗਾ। ਤੂੰ ਅੱਜ ਕਹਿਣਾ ਕਿ ਜਪਜੀ ਸਾਹਿਬ ਪੜ੍ਹਦਾ, ਆਪਾਂ ਕਹਿ ਦਿੰਦੇ ਆ ਨਾ ਕਿ ਜੀ ਜਪਜੀ ਸਾਹਿਬ ਪੜ੍ਹ ਲਈਦਾ ਸੁਬਾਹ ਅੰਮ੍ਰਿਤ ਵੇਲੇ, ਕੋਈ ਕਹਿੰਦਾ ਜੀ ਸੁਖਮਨੀ ਸਾਹਿਬ ਪੜ੍ਹਦਾ, ਕਿ ਪਰ ਪਾਠ ਕਰਦਿਆਂ ਰਸ ਨਹੀਂ ਆਉਂਦਾ। ਰਸ ਕਦੋਂ ਆਉਣਾ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਨੇਮ ਦੇ ਨਾਲ ਧਿਆਨ ਹੈ ਜਿਹੜਾ ਉਹ ਗੁਰੂ ਦੇ ਸ਼ਬਦ ਦੇ ਵਿੱਚ, ਗੁਰੂ ਦੀ ਗੱਲ, ਗੁਰੂ ਦੇ ਹੁਕਮ ਦੇ ਵਿੱਚ ਹੋਣਾ ਚਾਹੀਦਾ ਹੈ, ਫਿਰ ਰਸ ਆਵੇਗਾ। ਉਸ ਦੇ ਹੁਕਮ ਨੂੰ ਜਦੋਂ ਮੰਨਾਂਗੇ, ਬਾਣੀ ਪੜਾਂਗੇ, ਕੀ ਸਾਨੂੰ ਸਤਿਗੁਰੂ ਕਹਿ ਰਹੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਤੈਨੂੰ ਦਾਅਵੇ ਨਾਲ ਲਿਖ ਕੇ ਦੇ ਦੇਣਾ ਕਿ ਤੂੰ ਨੇਮ ਨਾ ਟੁੱਟਣ ਦੇਵੀਂ, ਭਾਵਨਾ ਦੇ ਨਾਲ ਬਾਣੀ ਪੜ੍ਹ। ਸੰਸਾਰ ਦੀ ਕਰਤਵਿਰਤ ਕਰਦਿਆਂ, ਪਰਿਵਾਰ ਦੀ ਪਰਵਿਸ਼ ਕਰਦਿਆਂ, ਕੁਝ ਸਮਾਂ, ਕੁਝ ਘੜੀਆਂ, ਕੁਝ ਪਲ ਉਹਦੇ ਸ਼ੁਕਰਾਨੇ ਲਈ ਕੱਢ। ਇੱਕ ਘੜੀ ਆਧੀ ਹੂੰ ਤੇ ਯਾਦ। ਕਹਿੰਦੇ ਇੱਕ ਘੜੀ ਕਿਤੇ ਯਾਦ ਕਰ ਲੈ,
ਉਹ ਰੋਜ਼ਾਨਾ ਤੈਨੂੰ ਸੁਭਾਅ ਦਾ ਦਾਤਾ ਦਿੰਦਾ ਹੈ। ਜਦੋਂ ਤੈਨੂੰ ਲੋੜ ਹੁੰਦੀ ਹੈ ਤੂੰ ਆ ਕੇ ਪਰਮੇਸ਼ਰ ਦੇ ਚਰਨਾਂ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸਤਿਗੁਰੂ ਪਾਤਸ਼ਾਹ ਕਰ ਕਿਰਪਾ, ਮੇਰਾ ਇਹ ਕਾਰਜ ਹੈ, ਇਹ ਰਾਸ ਕਰ, ਮੈਨੂੰ ਇਸ ਦਾਤ ਦੀ ਲੋੜ। ਆਪਾਂ ਕਰਦੇ ਹਾਂ ਨਾ ਕਿ ਸਤਿਗੁਰੂ ਪਾਤਸ਼ਾਹ ਇਹ ਦਾਤਾਂ ਬਖਸ਼ੋ, ਆਹ ਕਾਰਜ ਕਰੋ। ਕਹਿੰਦੇ ਗੁਰਦੁਆਰੇ ਆਉਣਾ ਹੈ, ਮੱਥਾ ਟੇਕੀ ਤੇ ਯਕੀਨ ਕਰੀ, ਭਾਵਨਾ ਦੇ ਨਾਲ ਜੁੜ ਜਾ। ਸਮੁੰਦਰ ਦੇ ਵਿੱਚ ਸਾਰੇ ਇੱਕੋ ਬਿਰਤੀ ਵਾਲੇ ਲੋਕ ਨਹੀਂ ਜਾਂਦੇ। ਇਹ ਸੰਸਾਰ ਸਮੁੰਦਰ ਦੇ ਵਿੱਚ ਸਾਰੇ ਇੱਕੋ ਬਿਰਤੀ ਵਾਲੇ ਲੋਕ ਨਹੀਂ। ਕੁਝ ਜਾਂਦੇ ਨੇ ਕਿਨਾਰੇ ਤੇ ਹੱਸਣ ਖੇਡਣ, ਮੌਜ ਮੇਲੇ ਮਾਣਨ, ਸਮੁੰਦਰ ਦੇ ਕਿਨਾਰੇ ਸੈਰ ਕਰਦੇ ਹਨ। ਕੁਝ ਜਾਂਦੇ ਨੇ ਕਿਨਾਰੇ ਤੋਂ ਅੱਗੇ ਪਾਣੀ ਵਿੱਚ ਤਾਰੀਆਂ ਲਾਉਂਦੇ ਨੇ, ਤੇ ਚੌਥੇ ਹੁੰਦੇ ਨੇ ਜਿਹੜੇ ਟੁੱਬੀ ਮਾਰਨ ਦੀ ਜਾਂਚ ਸਿੱਖਦੇ ਨੇ। ਪੰਜਵੇਂ ਹੁੰਦੇ ਨੇ ਜਿਹੜੇ ਡੂੰਘੇ ਉਤਰ ਕੇ ਕੀਮਤੀ ਮੋਤੀਆਂ ਨੂੰ ਲੱਭ ਕੇ ਤੇ ਬਾਹਰ ਲੈ ਆਉਂਦੇ ਨੇ। ਕਹਿਣ ਲੱਗੇ ਗੁਰੂ ਕੋਲ ਵੀ 4-5 ਤਰ੍ਹਾਂ ਦੇ ਜਗਿਆਸੂ ਆਉਂਦੇ ਨੇ। ਇੱਕ ਆਉਂਦਾ ਚਲੋ ਚੱਲੇ ਆ ਤੇ 2 ਘੜੀ ਗੁਰਦੁਆਰੇ ਸਮਾਂ ਪਾਸ ਕਰ ਆਈਏ। ਗੱਲ ਅੰਦਰ ਦੀ ਭਾਵਨਾ ਦੀ ਹੈ। ਜਿਹੋ ਜਿਹੀ ਭਾਵਨਾ ਲੈ ਕੇ ਪਰਮੇਸ਼ਰ ਦੇ ਦਰ ਤੇ ਮਨੁੱਖਾਂ ਦੇ ਹੀ ਆਉਂਦੀ ਹੈ, ਉਹੋ ਜਿਹੇ ਫਲ ਪ੍ਰਾਪਤ ਹੁੰਦੇ ਨੇ। ਆਪਾਂ ਜੋਦੜੀਆਂ ਬੇਨਤੀਆਂ ਕਰਦੇ ਹਾਂ ਭਾਵਨਾ ਦੇ ਨਾਲ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰੀ, ਇਹ ਜੋ ਕਾਰਜ ਨੇ ਰਾਸ ਹੋ ਜਾਣ। ਕੁਝ ਕਹਿੰਦੇ ਨੇ ਕਿ 2 ਘੜੀਆਂ ਸਮਾਂ ਪਾਸ ਕਰਾਂਗੇ, ਕੁਝ ਆਉਂਦੇ ਨੇ ਘੜੀ ਕੋ ਬੈਠਦੇ ਹਨ, ਸੁਣਨ ਤੋਂ ਬਾਅਦ ਫਿਰ ਆਪਣਾ ਕੰਮ ਜਾਰੀ। ਗੁਰਦੁਆਰੇ ਦੇ ਗੇਟ ਤੋਂ ਬਾਹਰ ਤੀਜੇ ਆਉਂਦੇ ਹਨ, 2-4 ਘੜੀਆਂ ਟਿਕਦੇ ਜ਼ਰੂਰ ਹਨ ਪਰ ਤਹਿ ਤੱਕ ਜਾਣ ਦਾ ਯਤਨ ਨਹੀਂ ਕਰਦੇ। ਪਰ ਇੱਕ ਉਹ ਹੁੰਦੇ ਨੇ ਜਿਹੜੇ ਪਾਠ ਕਰਦੇ ਨੇ ਤੇ ਇੰਨਾ ਕੁ ਡੂੰਘਾ ਡੁੱਬਦੇ ਨੇ ਕਿ ਮੋਤੀ ਲੱਭਦੇ ਲੱਭਦੇ ਆਪ ਮੋਤੀ ਬਣ ਜਾਂਦੇ ਨੇ, ਜਿਹੜੇ ਭਾਵਨਾ ਦੇ ਨਾਲ ਜੁੜ ਜਾਂਦੇ ਨੇ। ਪਵਿੱਤਰ ਗੁਰਬਾਣੀ ਗੁਰੂ ਸਾਹਿਬਾਂ ਦੇ ਉਪਦੇਸ਼ ਦੇ ਨਾਲ ਬਾਬਾ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਬਚਨ ਕੀਤਾ। ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿੰਦੇ ਹਨ ਸਾਰੀ ਦੁਨੀਆ ਗੁਰੂ ਕੋਲ ਆਉਂਦੀ ਹੈ, ਪਰ ਕੁਝ ਅਜਿਹੇ ਹਨ ਜਿਹੜੇ ਕੀਮਤੀ ਹੀਰੇ, ਕੀਮਤੀ ਪਾਰਸ ਲੱਭਣ ਲਈ ਆਉਂਦੇ ਹਨ। ਗੁਰਦੁਆਰੇ ਆ ਕੇ ਅਸੀਂ ਬਾਣੀ ਨੂੰ ਖੋਜਣਾ ਹੈ, ਗੁਰੂ ਦੀ ਗੱਲ ਨੂੰ ਸਮਝਣਾ ਹੈ, ਗੁਰੂ ਸਾਨੂੰ ਉਪਦੇਸ਼ ਕੀ ਕਰ ਰਿਹਾ ਹੈ ਉਸ ਦੇ ਉੱਤੇ ਅਮਲ ਕਰਨਾ ਹੈ। ਅਗਲਾ ਸਵਾਲ ਹੈ ਗੁਰਦੁਆਰੇ ਜਾ ਕੇ ਕਹਿੰਦੇ ਮਨੁੱਖਾਂ ਦੇ ਹੀ ਬਾਣੀ ਪੜ੍ਹਦੇ ਆਪਾਂ, ਪਰ ਸਮਝ ਕੋਈ ਨਹੀਂ ਪੈਂਦੀ। ਕਹਿ ਦਿੰਦੇ ਨਾ ਪੜ੍ਹ ਕੇ ਆ ਗਏ, ਸੁਣ ਕੇ ਆ ਗਏ, ਪਰ ਸਮਝ ਨਹੀਂ ਪਈ।
ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਮਝ ਨਹੀਂ ਪਈ ਪਰ ਸੁਣੀ ਤਾਂ ਹੈ। ਗੁਰੂ ਹਰਿਰਾਏ ਸਾਹਿਬ ਨੂੰ ਪੁੱਛਿਆ ਸੀ ਕਿ ਦਾਤਾ, ਤੁਸੀਂ ਕਹਿੰਦੇ ਹੋ ਨੇਮ ਨਾਲ ਬਾਣੀ ਪੜ੍ਹੋ, ਪੜ੍ਹਦੇ ਹਾਂ, ਗੁਰਦੁਆਰੇ ਜਾ ਕੇ ਕੀਰਤਨ ਸੁਣਦੇ ਹਾਂ, ਪਰ ਇਸ ਦੀ ਸਮਝ ਕੋਈ ਨਹੀਂ ਪਈ। ਗੁਰੂ ਹਰਿਰਾਏ ਸਾਹਿਬ ਖਾਮੋਸ਼ ਹੋ ਗਏ। ਕਹਿਣ ਲੱਗੇ ਚਲੋ ਬਾਹਰ ਚਲੀਏ। ਬਾਹਰ ਗਏ। ਉਦਾਹਰਨ ਦੇ ਕੇ ਮਨੁੱਖਾ ਦੇਹੀ ਨੂੰ ਸਮਝਾਉਣਾ ਕੀਤਾ ਹੈ ਕਿ ਅਸੀਂ ਗੁਰੂ ਦੇ ਦਰ ਤੇ ਆਉਣੇ ਹਾਂ। ਕਿਸ ਤਰ੍ਹਾਂ ਅੰਦਰੋਂ ਜੁੜ ਕੇ ਪਰਮੇਸ਼ਰ ਦੀ ਗੱਲ ਨੂੰ ਮੰਨਣਾ ਹੈ, ਸ਼ਬਦ ਦੇ ਨਾਲ ਜੁੜਨਾ ਹੈ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ। ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਚਲੋ ਬਾਹਰ ਚੱਲੀਏ। ਬਾਹਰ ਗਏ। ਮੀਂਹ ਪੈ ਕੇ ਹਟਿਆ ਸੀ। ਸਾਧ ਸੰਗਤ ਜੀ, ਸੂਰਜ ਦੀਆਂ ਤਿੱਖੀਆਂ ਕਿਰਨਾਂ ਜ਼ਮੀਨ ਦੇ ਉੱਪਰ ਪਈਆਂ। ਇੱਕ ਮਿੱਟੀ ਦਾ ਭਾਂਡਾ ਟੁੱਟਾ ਪਿਆ ਹੈ ਰਸਤੇ ਵਿੱਚ, ਤੇ ਉਸ ਦੇ ਵਿੱਚੋਂ ਥੋੜਾ ਥੋੜਾ ਘਿਓ ਸਿਮ ਕੇ ਤੇ ਬਾਹਰ ਨਿਕਲਦਾ ਪਿਆ ਹੈ। ਰੁਕ ਕੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ, ਕਹਿਣ ਲੱਗੇ ਬਈ ਟੁੱਟੇ ਹੋਏ ਬਰਤਨ ਦਾ ਟੁਕੜਾ ਫੜੋ। ਮਾਈਆਂ ਰੜਕਦੀਆਂ ਨੇ ਦੁੱਧ ਉਸ ਘੜੇ ਦਾ ਟੁੱਟਿਆ ਹੋਇਆ ਇੱਕ ਟੁਕੜਾ। ਗੁਰੂ ਸਾਹਿਬ ਕਹਿਣ ਲੱਗੇ ਚੱਕੋ, ਫੜੋ। ਇਸ ਦੇ ਵਿੱਚ ਕੀ ਹੈ ਦੇਖੋ। ਤੇ ਸਿੱਖਾਂ ਨੇ ਕਿਹਾ ਵੇਖ ਕੇ ਕਿ ਜੀ ਇਸ ਟੁਕੜੇ ਦੇ ਵਿੱਚ ਇੰਜ ਲੱਗਦਾ ਹੈ, ਇਸ ਦੇ ਵਿੱਚ ਜਿਵੇਂ ਘਿਓ ਦੀ ਥੰਧਿਆਈ ਹੋਵੇ। ਕਹਿਣ ਲੱਗੇ ਤੁਹਾਡੇ ਸਵਾਲ ਦਾ ਉੱਤਰ ਦੇਣ ਲੱਗੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖੋ, ਸੁਣਿਆ ਜੀ। ਗੁਰੂ ਸਾਹਿਬ ਕਹਿਣ ਲੱਗੇ ਇਸ ਭਾਂਡੇ ਨੂੰ ਕੀ ਪਤਾ ਹੈ ਕਿ ਘਿਓ ਕਿੰਨਾ ਕੀਮਤੀ ਹੈ। ਇੱਕ ਦਿਨ ਸਵਾਣੀ ਘਿਓ ਪਾਉਂਦੀ ਹੈ ਤੇ ਦੂਜੇ ਦਿਨ ਨਾ ਪਾਉਂਦੀ ਤਾਂ ਸ਼ਾਇਦ ਟੁੱਟਣ ਤੋਂ ਬਾਅਦ ਇਸ ਦੇ ਵਿੱਚੋਂ ਥੀਂਦਾ ਨਾ ਨਿਕਲਦਾ। ਨਿਯਮ ਸੀ ਕਿ ਇਸ ਭਾਂਡੇ ਵਿੱਚ ਰੋਜ਼ ਘਿਓ ਪੈਂਦਾ ਰਿਹਾ, ਨਿਕਲਦਾ ਰਿਹਾ। ਇਹ ਬਿਲਕੁਲ ਨਿਰਜਿੰਦ ਹੈ। ਜੇ ਇਸ ਦੇ ਵਿੱਚ ਕਿਰਨਾਂ ਪੈਣ ਤਾਂ ਨਿਰਜਿੰਦ ਆਪਣੇ ਵਿੱਚੋਂ ਘਿਓ ਨੂੰ ਬਾਹਰ ਕੱਢਦੀ ਹੈ। ਤੂੰ ਤਾਂ ਚੱਲਣ ਵਾਲਾ ਹੈ। ਗੁਰੂ ਸਾਹਿਬ ਕਹਿਣ ਲੱਗੇ ਮਨੁੱਖਾ ਦੇਹੀ ਨੂੰ ਸਮਝਾਉਂਦੇ ਆ ਕਿ ਇਹ ਟੁੱਟ ਗਿਆ, ਹੁਣ ਇਹ ਕਿਸੇ ਕੰਮ ਨਹੀਂ ਤੇ ਇਹ ਨਿਰਜਿੰਦ ਹੋ ਗਿਆ। ਇਸ ਦੇ ਵਿੱਚ ਜਿੰਦ ਨਹੀਂ, ਕੋਈ ਜਾਨ ਨਹੀਂ। ਜੇ ਸਾਬਤ ਸੀ ਤਾਂ ਇਸ ਦੇ ਵਿੱਚ ਸਵਾਣੀ ਦੁੱਧ ਪਾ ਕੇ ਰੋਜ਼ਾਨਾ ਰਿੜਕਦੀ ਸੀ ਤੇ ਘਿਓ ਆਉਂਦਾ ਸੀ। ਇਸ ਦੇ ਵਿੱਚ ਥੰਧਿਆਈ ਰਹਿੰਦੀ ਸੀ। ਅੱਜ ਇਹ ਨਿਰਜਿੰਦ ਹੈ, ਪਰ ਫਿਰ ਵੀ ਸੂਰਜ ਦੀਆਂ ਕਿਰਨਾਂ ਪਈਆਂ। ਇਸ ਦੇ ਵਿੱਚੋਂ ਇਸ ਦੀ ਥੰਧਿਆਈ ਰੋਜ਼ਾਨਾ ਜਿਹੜੀ ਇਸ ਦੇ ਵਿੱਚ ਦੁੱਧ ਪਾ ਕੇ ਮੱਖਣ ਬਣਦਾ ਸੀ, ਘਿਓ ਤਿਆਰ ਹੁੰਦਾ ਸੀ, ਲੱਸੀ ਬਣਦੀ ਸੀ। ਇਸ ਦੇ ਵਿੱਚ ਥੰਧਿਆਈ ਰਹਿੰਦੀ ਸੀ ਤੇ ਉਹ ਇਹ ਥੰਧਿਆਈ ਬਾਹਰ ਆਈ ਹੈ।
ਕਹਿੰਦੇ ਤੂੰ ਤਾਂ ਚੱਲਣ ਵਾਲਾ ਹੈ ਮਨੁੱਖਾ ਦੇਹੀ, ਰੋਜ਼ ਸ਼ਬਦ ਦਾ ਘਿਓ ਅੰਦਰ ਪਾਈ ਜਾਈ, ਬਾਣੀ ਪੜ੍ਹੀ ਜਾਈ, ਰੱਬ ਨੂੰ ਯਾਦ ਕਰੀ, ਪਰਮੇਸ਼ਰ ਨੂੰ ਧਿਆਉਣਾ ਕਰੀ। ਪਤਾ ਨਹੀਂ ਕੀਰਤਨ ਵਿੱਚ ਕਿਸ ਦਿਨ ਨਾਮ ਜਪਦਿਆਂ, ਸੇਵਾ ਕਰਦਿਆਂ, ਗੁਰੂ ਨੂੰ ਧਿਆਉਂਦਿਆਂ ਸੇਕ ਲੱਗਣਾ ਹੈ ਤੇ ਅੰਦਰੋਂ ਪਿਘਲ ਕੇ ਬਾਹਰ ਆ ਜਾਣਾ ਹੈ ਤੇ ਨੇਮ ਨਾ ਟੁੱਟਣ ਦੇ। ਕਹਿੰਦੇ ਜਦੋਂ ਅਸੀਂ ਬਾਣੀ ਨਾਲ ਜੁੜਾਂਗੇ ਨਾ ਇਹ ਸਾਧ ਸੰਗਤ ਜੀ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਪਾਠ ਕਰਦਿਆਂ ਇੱਕ ਦਿਨ ਆਵਾਜ਼ ਆਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 442 ਅੰਗ ਤੇ ਕਹਿੰਦੇ ਨੇ ਮਨੁੱਖਾ ਦੇਹੀ ਨੂੰ ਸਮਝਾਉਂਦਿਆਂ, ਗੁਰੂ ਸਾਹਿਬ ਜੀ ਦਾ ਸ਼ਬਦ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਮੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਮਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਬਸ ਸਾਨੂੰ ਪਾਠ ਕਰਨ ਦੀ ਸਮਝ ਪੈ ਜਾਏ, ਗੁਰੂ ਦਾ ਸਤਿਕਾਰ ਕਰਨ ਦੀ, ਆਦਰ ਕਰਨ ਦੀ ਸਮਝ ਪੈ ਜਾਏ, ਸਤਿਗੁਰੂ ਰਹਿਮਤ ਕਰਨ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਤੋਂ ਅਗਲੇ ਵਿਚਾਰ ਫਿਰ ਕਰਾਂਗੇ। ਸਮਾਂ ਹੋ ਚੁੱਕਾ ਹੈ ਅਰਦਾਸ ਬੇਨਤੀ ਦਾ। ਮਨੁੱਖਾ ਦੇਹੀ ਨੂੰ ਉਦਾਹਰਨਾਂ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਧੁਰ ਦਰਗਾਹ ਤੋਂ ਆਈ ਹੋਈ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੁੜ। ਸਾਧ ਸੰਗਤ ਜੀ, ਜੋ ਬਾਣੀ ਪੜ੍ਹ ਸਕਦਾ ਬਾਣੀ ਪੜ੍ਹੀਏ, ਜਿਹੜਾ ਬਾਣੀ ਨਹੀਂ ਪੜ੍ਹ ਸਕਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੈਠ ਕੇ ਸੁਣ ਲੈ, ਸਤਨਾਮ ਵਾਹਿਗੁਰੂ ਦਾ ਜਾਪ ਕਰ ਲੈ, ਘੜੀ ਦੋ ਘੜੀਆਂ ਉਹ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਹੈ। ਇਸ ਤਰ੍ਹਾਂ ਕਰ ਲੈ। ਸੋ ਯਤਨ ਕਰਿਆ ਕਰਕੇ ਗੁਰੂ ਸਾਹਿਬਾਂ ਦੇ ਦਿੱਤੇ ਉਪਦੇਸ਼ ਮੁਤਾਬਕ ਜੋ ਰੋਜ਼ਾਨਾ ਮਨੁੱਖਾ ਦੇਹੀ ਨੂੰ ਪਰਮਾਤਮਾ ਸੰਭਾਲਦਾ ਪਿਆ, ਦਾਤਾਂ ਦਿੰਦਾ ਪਿਆ, ਸਾਡਾ ਫਰਜ਼ ਬਣਦਾ ਕਿ ਉਸ ਦਾ ਸ਼ੁਕਰਾਨਾ ਰੋਜ਼ ਦੀ ਕਿਰਤ ਕਰਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਸ਼ੁਕਰਾਨਾ ਕਰਨਾ ਸਾਡਾ ਫਰਜ਼ ਬਣਦਾ ਹੈ। ਆਪਾਂ ਧੰਨਵਾਦ ਕਰਦੇ ਹਾਂ ਨਾ। ਜੇ ਕੋਈ ਦਰਿਆਵੀ ਤੌਰ ਤੇ ਆਪਣੀ ਕੋਈ ਮਦਦ ਕਰ ਦਿੰਦਾ ਹੈ ਕਿਸੇ ਕਾਰਜ ਦੇ ਵਿੱਚ, ਤੇ ਉਹਨੂੰ ਕਹਿ ਦਿੰਦੇ ਆ ਕਿ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਸ਼ੁਕਰਾਨਾ ਹੈ ਆਪ ਜੀ ਦਾ, ਜਿਸ ਨੇ ਏਡੀ ਵੱਡੀ ਮਦਦ ਕਰ ਦਿੱਤੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਜਿਹੜੇ ਤੈਨੂੰ ਸਭ ਤੋਂ ਵੱਡੀ ਦਾਤ ਬਖਸ਼ੀ ਹੈ, ਸਵਾਸਾਂ ਦੀ ਪੂੰਜੀ ਤੇ ਇਹ ਨਿਰਮੋਲਕ ਹੀਰਾ ਮਨੁੱਖਾ ਜੀਵਨ, ਇਹ ਸਰੀਰ ਸੋਹਣਾ ਸੁੰਦਰ ਸਰੀਰ, ਤੇ ਇਸ ਸਰੀਰ ਨੂੰ ਚਲਾਉਣ ਵਾਸਤੇ ਅਨੇਕ ਪ੍ਰਕਾਰ ਦੀਆਂ ਦਾਤਾਂ ਤੈਨੂੰ ਦੇ ਦਿੱਤੀਆਂ ਨੇ ਤੇ ਯਾਤਰਾ ਲਈ ਤੈਨੂੰ ਸਮਾਂ ਦੇ ਦਿੱਤਾ। ਤੇ ਫਿਰ ਤੂੰ ਉੱਠ, ਅੰਮ੍ਰਿਤ ਵੇਲੇ ਉੱਠ ਕੇ ਉਸ ਦਾ ਸ਼ੁਕਰਾਨਾ ਕਰ, ਯਤਨ ਕਰਿਆ ਕਰਕੇ ਅੰਮ੍ਰਿਤ ਵੇਲੇ ਉਦਮ ਉਪਰਾਲਾ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਦਰਬਾਰ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ, ਗੁਰਬਾਣੀ ਪੜ੍ਹ ਕੇ, ਨਾਮ ਜਪ ਕੇ, ਹੱਥੀਂ ਸੇਵਾ ਕਰਕੇ, ਗੁਰੂ ਸਾਹਿਬਾਂ ਦੇ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦਾ ਸ਼ੁਕਰਾਨਾ ਕਰਨਾ ਅਤੀ ਜ਼ਰੂਰੀ ਹੈ। ਆਓ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਲੋਕ ਪੜ੍ਹੀਏ, ਅਰਦਾਸ ਬੇਨਤੀ ਵਿੱਚ ਹਾਜ਼ਰੀਆਂ ਲਵਾਈਏ।
ਗੁਰਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਸੇਵਾ ਕਰਦੇ ਹਾਂ, ਹਾਜ਼ਰੀਆਂ ਭਰਦੇ ਹਾਂ, ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਣਯੋਗ ਹਨ। ਆਪ ਸਰਬਤ ਸੰਗਤਾਂ ਵਡਭਾਗੇ ਹੋ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਵਿਚਾਰਾਂ ਸਰਵਣ ਕੀਤੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਰਬਤ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ, ਦਰੋਂ ਕਰੋਂ ਗੁਰਸਿੱਖੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ, ਦਿਵਸ ਰਾਤ ਦੋਇ ਦਾਈ ਦਾਇਆ। ਚੰਗ ਆਈਆਂ ਬੁਰ ਆਈਆਂ, ਵਾਚੈ ਧਰਮ ਕਰਮੀ ਆਪੋ ਆਪਣੀ, ਕੇ ਨੇੜੇ ਕੇ ਜਨੀ ਨਾਮ ਤੇ ਆਇਆ। ਗਏ ਮਸਾਕਤ ਨਾਨਕ ਦੇ ਮੱਖਿਓ ਚਲੇ, ਕੀਤੀ ਛੁਟੀ ਜਿਨੀ ਨਾਮ ਤੇ ਆਇਆ। ਗਏ ਮਸਾਕਤ ਨਾਨਕ ਦੇ ਮੱਖਿਓ ਚਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ